ਜਦੋਂ ਇਹਨਾਂ ਨੂੰ ਮਿਰਚਾਂ ਲੱਗੀਆਂ ਇਹਨਾਂ ਨੇ ਪੜ੍ਹਾਈਆਂ ਕੀਤੀਆਂ ਫੌਰਨ 'ਚ ਰਹਿ ਗਏ ਤੇ ਮੈਂ ਪੜ੍ਹਾਈ ਕੀਤੀ ਹੈ ਮੱਝਾਂ ਦੇ ਪਿੱਛੇ ਜਾ ਕੇ। ਕਹਿਣ ਸਾਹਿਬ ਇੱਕ ਕਾਸਟ ਬੇਸਡ ਕਾਰਡ ਖੇਡਣ ਦੀ ਵੀ ਕੋਸ਼ਿਸ਼ ਕੀਤੀ ਗਈ, ਉਹ ਸੱਚਾਈ ਕਿੱਥੋਂ ਤੱਕ ਆ? ਤੇ ਜੇ ਮੂੰਹ ਤੇ ਮੇਰੇ ਪਾਣੀ ਦਾ ਗਲਾਸ ਮਾਰਿਆ ਹੁੰਦਾ ਤੇ ਮੈਂ ਵੀ ਮੂੰਹ ਤੇ ਪਾਣੀ ਦਾ ਗਲਾਸ ਮਾਰਦਾ। ਇਹ ਮੈਂ ਇੰਨਾ ਰੇਡੀਓ ਪੰਜਾਬ ਟੁਡੇ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ। ਅਸੀਂ ਇੱਕ ਸਿਲਸਿਲਾ ਸ਼ੁਰੂ ਕੀਤਾ ਹੋਇਆ ਤੁਹਾਨੂੰ ਰੂਬਰੂ ਕਰਾਉਣੇ ਆ ਪੰਜਾਬ ਦੇ ਸਿਆਸਤਦਾਨਾਂ ਨਾਲ, ਪੰਜਾਬ ਦੀਆਂ ਅਹਿਮ ਸ਼ਖਸੀਅਤਾਂ ਦੇ ਨਾਲ। ਅੱਜ ਵੇਲਾ ਬਠਿੰਡੇ ਦੀ ਰਾਜਨੀਤੀ ਦੇ ਉੱਤੇ ਡਿਸਕਸ ਕਰਦਾ। ਬਠਿੰਡੇ ਦੀ ਰਾਜਨੀਤੀ ਹਮੇਸ਼ਾ ਮਾਲਵਾ ਛੱਡੋ ਪੰਜਾਬ ਦਾ ਇੱਕ ਧੁਰਾ ਰਿਹਾ ਤੇ ਇੱਥੇ ਹਮੇਸ਼ਾ ਹੀ ਗਰਮਾਹਟ ਪੈਦਾ ਹੋਈ ਹੈ। ਹੁਣ ਪਿਛਲੇ ਕੁਝ ਦਿਨਾਂ ਤੋਂ ਇੱਥੋਂ ਦੀ ਰਾਜਨੀਤੀ ਫਿਰ ਭਖੀ ਹੈ। ਸੋ ਸਾਡੇ ਨਾਲ ਇਸ ਵਕਤ ਮੌਜੂਦ ਨੇ ਬਠਿੰਡਾ ਦੇ ਸਾਬਕਾ MLA ਅਕਾਲੀ ਦਲ ਦੇ ਸਰੂਪ ਚੰਦ ਸਿੰਗਲਾ ਜੀ। ਸਿੰਗਲਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਰੋਤਿਆਂ ਨੂੰ ਮੇਰੀ ਨਮਸਕਾਰ, ਸਤਿ ਸ਼੍ਰੀ ਅਕਾਲ। ਸਿੰਗਲਾ ਸਾਹਿਬ, ਗੱਲ ਬਠਿੰਡੇ ਦੀ ਸਿਆਸਤ ਦੀ ਕਰੀਏ। ਤੁਸੀਂ ਇੱਕ ਦੋ ਦਿਨਾਂ ਤੋਂ ਮੈਂ ਦੇਖ ਰਿਹਾ ਲਗਾਤਾਰ ਰੰਜਿਸ਼ ਦੀ, ਬਦਲੇ ਦੀ ਰਾਜਨੀਤੀ ਦੀ ਗੱਲ ਕਰ ਰਹੇ ਹੋ। ਤੁਹਾਨੂੰ ਕਿਉਂ ਲੱਗ ਰਿਹਾ ਬਦਲੇ ਦੀ ਰਾਜਨੀਤੀ ਹੈ? ਦਾਨੇਵਾਲੀਆ ਜੀ, ਬਠਿੰਡਾ ਸ਼ਹਿਰ ਪਿਛਲੇ 3.5 ਸਾਲਾਂ ਤੋਂ ਕਾਂਗਰਸ ਦਾ ਇੱਥੇ ਰਾਜ ਹੈ। ਇੱਥੋਂ ਦੇ MLA ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇੱਥੋਂ ਇਲੈਕਸ਼ਨ ਜਿੱਤੇ ਹੈ, ਫਾਈਨਾਂਸ ਮਿਨਿਸਟਰ ਬਣੇ। ਲੋਕਾਂ ਦੀਆਂ ਉਮੀਦਾਂ ਸੀ ਕਿ ਫਾਈਨਾਂਸ ਮਿਨਿਸਟਰ ਬਣੇ, ਉਹਨਾਂ ਨੂੰ ਕੁਛ ਵਧੀਆ ਪ੍ਰਸ਼ਾਸਨ ਮਿਲੇਗਾ। ਦੁੱਖ ਨਾਲ ਕਹਿਣਾ ਕਹਿ ਰਿਹਾ ਮੈਨੂੰ ਕਿ ਫਾਈਨਾਂਸ ਮਿਨਿਸਟਰ ਬਠਿੰਡੇ ਬਣਾ ਕੇ ਫਾਈਨਾਂਸ ਮਿਨਿਸਟਰ ਦੀ ਤਾਂ ਫੋਟੋ ਖਿਚਾਉਣ ਆਉਂਦੇ ਆ ਤੇ ਲੋਕ ਭੁਗਤ ਜਿਹੜੇ ਰਹੇ ਆ ਉਹ ਜੋ ਜੀ ਨੂੰ ਭੁਗਤ ਰਹੇ ਆ। ਔਰ ਜਿੱਥੇ ਉਹਦਾ ਜੀ ਕਰਦਾ ਜਿਹੜੇ ਮੁਤਾਬਕ ਆਪ ਚਲਾਉਣਾ ਚਾਹੁੰਦਾ, ਬਠਿੰਡੇ ਦੇ ਵਿੱਚ ਕੋਈ ਕਾਨੂੰਨ ਨਾਮ ਦੀ ਚੀਜ਼ ਨਹੀਂ ਹੈ। ਕੋਈ ਅਧਿਕਾਰੀ ਆਪਣੇ ਅਧਿਕਾਰਾਂ ਦੀ ਵਰਤੋਂ ਨਹੀਂ ਕਰ ਸਕਦਾ। ਸਿਰਫ ਜੋ ਦੇ ਮੂੰਹ ਦੇ ਵਿੱਚੋਂ ਨਿਕਲਦਾ ਉਹ ਸਾਰਾ ਕਾਨੂੰਨ ਹੈ। ਤਾਂ ਮੈਂ ਤਾਂ ਇਹ ਕਹਿ ਸਕਦਾ ਕਿ ਵਿੱਤ ਮੰਤਰੀ ਜੀ ਨੇ ਤਾਂ ਅੱਜ ਤੱਕ ਬਠਿੰਡੇ ਦੇ ਲੋਕਾਂ ਦੇ ਜੋ ਸਵਾਲ ਦਾਸ ਨੇ, ਕੋਈ ਨੁਮਾਇੰਦਗੀ ਕਰਦਾ ਮੈਂ ਕੁਝ ਵੋਟਰਾਂ ਦੀ, ਮੈਂ ਇਲੈਕਸ਼ਨ ਲੜਿਆ ਸੀ ਜੀ, ਮੈਂ ਨੁਮਾਇੰਦਗੀ ਕਰਦਾ, ਅੱਜ ਤੱਕ ਪਿਛਲੇ 3.5 ਸਾਲਾਂ ਦੇ ਵਿੱਚ ਇੱਕ ਵੀ ਜਵਾਬ ਨਹੀਂ ਦਿੱਤਾ। ਤੇ ਜਦੋਂ ਵੀ ਗੱਲ ਆਉਂਦੀ ਹੈ, ਸਾਡੀ ਕਿਸੇ ਪ੍ਰੈਸ ਕਾਨਫਰੰਸ ਦੀ ਆਉਂਦੀ ਹੈ ਜਾਂ ਕਿਤੇ ਵੀ ਗੱਲ ਆਉਂਦੀ ਹੈ, ਤੇ ਜਵਾਬ ਜੋ ਜੀ ਦਾ ਆਉਂਦਾ ਹੈਗਾ। ਤੇ ਜੋ ਜੀ ਨੇ ਬਦਲੇ ਦੀ ਰਾਜਨੀਤੀ ਤੋਂ ਇਲਾਵਾ ਕੀਤਾ ਕੁਛ ਨਹੀਂ। ਜਾਂ ਠੱਗੀ, ਲਾਟਰੀ ਚਲਾਉਣੀ, ਇੱਥੇ ਇਨਲੀਗਲ ਕਬਜ਼ੇ ਔਰ ਗੁੰਡਾ ਟੈਕਸ ਦੀ ਉਗਰਾਹੀ, ਚਾਹੇ ਸ਼ਰਾਬ 2 ਨੰਬਰ ਦੇ ਵਿੱਚ ਵਾਧੂ ਸ਼ਰਾਬ ਵਿਕ ਰਹੀ ਹੈ। ਇਹ ਤਾਂ ਤੁਸੀਂ ਸਾਰਿਆਂ ਨੇ ਦੇਖਿਆ ਕਿ ਚੀਫ ਸੈਕਟਰੀ ਨੇ ਵੀ ਉਹਨੂੰ ਹੱਥ ਧੋਣੇ ਪਏ ਆ ਇਹ ਐਲੀਗੇਸ਼ਨ ਨੂੰ ਕਹਿ ਕੇ ਕਿ ਤੁਹਾਡੇ ਰਾਜ ਦੇ ਵਿੱਚ ਕੀ ਕੁਛ ਚੱਲ ਰਿਹਾ ਬਠਿੰਡਾ 'ਚ, ਦੇਖੋ ਵੀ ਸ਼ਰਾਬ ਨੂੰ ਰੈਵਨਿਊ ਕਿੱਥੋਂ ਆਉਣਾ। 6 ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਕਹਿ ਸਕਦਾ ਕਿ ਬਠਿੰਡੇ ਦੇ ਵਿੱਚ ਕਾਨੂੰਨ ਨਾਮ ਦਾ ਕੋਈ ਰਾਜ ਨਹੀਂ ਹੈ। ਬਠਿੰਡੇ ਦੇ ਵਿੱਚ ਜੋ ਮਨਪ੍ਰੀਤ ਸਿੰਘ ਬਾਦਲ ਕਹਦੇ ਉਹ ਕਾਨੂੰਨ ਹੈ, ਜਾਂ ਉਹਨਾਂ ਦੇ ਛਤਰਛਾਇਆ 'ਚ ਜਾਂ ਉਹਨਾਂ ਦੀ ਬਾਅਦ ਜੋ ਵੀ ਕੰਮ ਕਰ ਰਹੇ ਆ ਉਹਨਾਂ ਦੇ ਮੁਤਾਬਕ ਕਿਹਾ ਗਿਆ ਕਾਨੂੰਨ ਹੈ। ਇਸ ਕਰਕੇ ਲੋਕਾਂ ਨੂੰ ਇਹ ਸਾਰੀ ਚੀਜ਼ਾਂ ਭੁਗਤਣਾ। ਸਿੰਗਲਾ ਸਾਹਿਬ, ਤੁਸੀਂ ਗੱਲ ਕੀਤੀ ਕਿ ਬਠਿੰਡੇ ਦੇ ਵਿੱਚ ਕਾਨੂੰਨ ਵਿਵਸਥਾ ਦੀ ਗੱਲ ਹੈ, ਇੱਕ ਪਰਿਵਾਰ ਦੇ ਇੱਕ ਮੰਤਰੀ ਦੇ ਜਿਹੜੇ ਰਿਸ਼ਤੇਦਾਰ ਆ ਉਹਦੇ ਕੰਨਿਓ ਕੀਤਾ ਜਾ ਰਿਹਾ। ਪਰ ਜੇਕਰ ਤੁਹਾਡੀ ਸਰਕਾਰ ਵੇਲੇ ਵੀ ਗੱਲ ਕਰ ਲਈਏ, ਉਦੋਂ ਵੀ ਤਾਂ ਕੁਝ ਜਿਹੜੇ ਇਲੈਕਟਡ ਬੰਦੇ ਸੀ ਉਹਨਾਂ ਨੂੰ ਪਾਸੇ ਕਰਕੇ ਕੁਝ ਇਹੋ ਜਿਹੇ ਬੰਦੇ ਸੀ ਜਿਹੜੇ ਰਾਜ ਕਰਦੇ ਸੀ। ਦੇਖੋ, ਮੈਂ ਇਹ ਦਾਅਵੇ ਨਾਲ ਕਹਿ ਸਕਦਾ ਜੀ ਵੀ ਬਠਿੰਡੇ ਸ਼ਹਿਰ ਦੇ ਵਿੱਚ ਮੈਂ 10 ਸਾਲ, ਕਿਉਂਕਿ ਮੈਂ ਪਹਿਲਾਂ ਮੇਰਾ ਬਾਹਲਾ ਪੁਰਾਣਾ ਰਾਜਨੀਤੀ ਨਾਲ ਵਾਸਤਾ ਨਹੀਂ ਹੈ। 2007 ਤੋਂ ਲੈ ਕੇ 17 ਤੱਕ ਮੈਂ ਪੂਰਾ ਐਕਟਿਵ ਰਿਹਾ। ਐਕਟਿਵ ਰਹਿ ਕੇ ਮਤਲਬ ਕਾਨੂੰਨ ਦੇ ਮੁਤਾਬਕ ਕੰਮ ਕਰਦਿਆਂ ਹੋਇਆਂ, ਲੋਕਾਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਕੰਮ ਕਰਦਾ ਹੋਇਆਂ, ਪਾਰਟੀ ਹਾਈ ਕਮਾਂਡ ਤੱਕ, ਜਦੋਂ ਮੈਂ MLA ਨਹੀਂ ਸੀ ਉਦੋਂ ਸਾਰਾ ਕੰਮ ਕੀਤੇ ਜਾਂ ਕੰਮ ਕਰਾਏ। MLA ਹੁੰਦਿਆਂ
ਵੀ ਜਿਹੜੀਆਂ ਵੀ ਕੋਈ ਬਠਿੰਡਾ ਸ਼ਹਿਰ ਦੀਆਂ ਜ਼ਰੂਰਤਾਂ ਸੀ, ਜਿੰਨਾ ਵਿਕਾਸ ਬਠਿੰਡਾ ਸ਼ਹਿਰ ਦਾ ਹੋਇਆ, ਜੇ ਮੈਂ ਕਹਿ ਸਕਦਾ ਕਿ ਜਦੋਂ ਦੀ ਅਸੀਂ ਸੱਤਾ ਸੰਭਾਲੀ ਸੀ 2007 ਦੇ ਵਿੱਚ, ਸ਼ਹਿਰ ਦੇ ਵਿੱਚ ਸਿਰਫ 20% ਸੀਵਰ ਸੀ, ਅਸੀਂ ਉਹ 90% ਤੇ ਲੈ ਗਏ। ਸਾਰਾ ਬਠਿੰਡੇ ਦਾ ਇਨਫਰਾਸਟ੍ਰਕਚਰ ਬਣਿਆ, ਹਰ ਚੀਜ਼ ਉਹ ਬਠਿੰਡੇ ਲਈ ਆਈ ਜਿਹੜੀ ਬਠਿੰਡੇ ਨੂੰ ਜ਼ਰੂਰਤ ਸੀ, ਅਤੇ ਬਠਿੰਡੇ ਦਾ ਨਾਮ ਹਿੰਦੁਸਤਾਨ ਹੀ ਨਹੀਂ ਵਰਲਡ ਦੇ ਵਿੱਚ ਜਿਹੜਾ ਹੈਗਾ ਇਹਦਾ ਨਾਮ ਬਣਿਆ। ਸਿੰਗਲਾ ਸਾਹਿਬ, ਗੱਲ ਮੈਂ ਜੇ ਤੁਸੀਂ ਵਿਕਾਸ ਦੀ ਗੱਲ ਕੀਤੀ ਹੈ, ਹੋਰ ਕੀਤੀ ਹੈ, ਜੇਕਰ ਵਿਕਾਸ ਦੀ ਗੱਲ ਵੀ ਆਪਾਂ ਲੈ ਕੇ ਚੱਲੀਏ, ਵਿਕਾਸ ਜਿਹੜਾ ਹੈ ਫਿਰ ਇੱਥੋਂ ਇੰਨੇ ਵੱਡੇ ਪੱਧਰ ਦੇ ਉੱਤੇ ਜੇ ਵਿਕਾਸ ਸੀ ਤਾਂ ਫਿਰ ਤੁਹਾਡੀ ਹਾਰ ਕਿਉਂ ਹੋਈ? ਇੱਥੇ ਜੇ ਗੱਲ ਕਰੀਏ ਹਰਸਿਮਰਤ ਕੌਰ ਬਾਦਲ ਦੀ ਹਾਰ ਕਿਉਂ ਹੋਈ? ਕੋਈ ਤਾਂ ਕਾਰਨ ਹੋਊਗਾ, ਤੁਹਾਡਾ ਇੰਨਾ ਡਾਊਨਫਾਲ ਆਉਣਾ ਕੋਈ ਤਾਂ ਕਾਰਨ ਹੋ ਸਕਦਾ ਕਿ ਤੁਹਾਡੇ ਬੰਦੇ ਇਹੋ ਜਿਹੇ ਸੀਗੇ ਜਿਹੜੇ ਤੁਹਾਨੂੰ ਲੈ ਬੈਠੇ। ਦੇਖੋ, ਇਹ ਜਦੋਂ ਇਲੈਕਸ਼ਨ ਇੱਕ ਰੂਲਿੰਗ ਪਾਰਟੀ ਆਉਂਦੀ ਹੈ ਤੇ ਉਹਦੇ ਬਹੁਤ ਸਾਰੇ ਪਹਿਲੂ ਹੁੰਦੇ ਆ। ਉਹਦਾ ਐਂਟੀ ਇਨਕੰਬੈਂਸੀ ਹੁੰਦੀ ਹੈ, ਮੇਰੀ ਪਰਸਨਲ ਐਂਟੀ ਇਨਕੰਬੈਂਸੀ ਵੀ, ਬਾਦਲ ਪਰਿਵਾਰ ਕਿਉਂਕਿ ਉੱਥੋਂ ਦੇ ਮੈਂਬਰ ਪਾਰਲੀਮੈਂਟ ਸੀ ਉਹਨਾਂ ਦੀ ਐਂਟੀ ਇਨਕੰਬੈਂਸੀ ਕੰਮ ਕਰਦੀ ਹੈ। ਦੂਜੇ ਨੰਬਰ ਦੇ ਉੱਤੇ ਲੋਕਾਂ ਦੇ ਜਿਹੜੀ ਹੈਗੀਆਂ ਇੱਛਾਵਾਂ ਪੂਰੀਆਂ ਕਰਨੀਆਂ ਜਾਂ ਝੂਠ ਨੂੰ ਫੈਲਾਉਣਾ। ਜੋ ਝੂਠ ਫੈਲਾਇਆ ਗਿਆ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਚੁੱਕਿਆ ਗਿਆ, ਰਾਹੁਲ ਗਾਂਧੀ ਨੇ ਆ ਕੇ 70% ਲੋਕਾਂ ਨੂੰ ਨਸ਼ੇੜੀ ਦੱਸਿਆ, ਉਹਦੇ ਨਾਲ ਬੇਅਦਬੀ ਦਾ ਜਿਹੜਾ ਮੁੱਦਾ ਜੋੜ ਕੇ ਤੇ ਝੂਠ ਬੋਲ ਕੇ ਜਿਹੜਾ ਹੈਗਾ, ਜਾਂ ਮਨਪ੍ਰੀਤ ਬਾਦਲ ਸਾਹਿਬ ਦੀ ਗੱਲ ਹੀ ਲੈ ਲਓ ਕਿ ਇੱਥੇ ਹਰ ਮੈਂ ਮਹੀਨੇ ਕਾਰਖਾਨਾ ਲਿਆਇਆ ਕਰੂੰਗਾ, ਮੈਂ ਇੱਥੇ ਟਰੱਕਾਂ ਦਾ ਕਾਰਖਾਨਾ ਲੱਗੂਗਾ, ਇੱਥੇ ਜਹਾਜ਼ਾਂ ਦਾ ਕਾਰਖਾਨਾ ਲੱਗੂਗਾ, ਇੱਥੇ ਚਿਮਨੀਆਂ ਦਾ ਧੂੰਆਂ ਨਿਕਲਿਆ ਕਰੂਗਾ, ਇਹ ਬੰਦ ਪਿਆ। ਇਹ ਜਿਹੇ ਜਿਹੜੇ ਮਾਮਲੇ ਫੈਕਟਰ ਬਣੇ ਕਿ ਸਾਡੀ ਜਿਹੜੀ ਹੈਗੀ ਆ ਹਾਰ ਹੋਈ। ਪਰ ਉਹ ਹਾਰ ਸਾਡੇ ਬਠਿੰਡੇ ਸ਼ਹਿਰ ਨੇ ਜਿਹੜੇ ਇਹਨਾਂ ਨੇ ਝੂਠ ਬੋਲੇ। ਕੈਪਟਨ ਅਮਰਿੰਦਰ ਨੇ ਨਸ਼ੇ ਦੇ ਗੁਟਕੇ ਦੀ ਸਹੁੰ ਖਾ ਕੇ ਗੱਲ ਕੀਤੀ, ਸਰ ਘਰ ਨੌਕਰੀ ਦੇਣ ਦੀ ਗੱਲ ਕੀਤੀ। ਉਹ ਸਾਰੀਆਂ ਗੱਲਾਂ ਦਾ ਜਵਾਬ ਮੈਂਬਰ ਪਾਰਲੀਮੈਂਟ। ਮੇਰੀ ਗੱਲ ਸੁਣੋ ਸਿੰਗਲਾ ਸਾਹਿਬ, ਇਹ ਤਾਂ ਲੁਭਾਵਣੇ ਨੇ, ਇਹ ਤਾਂ ਕੋਈ ਵੀ ਪਾਰਟੀ ਆ ਜੇ ਉਹ ਲੁਭਾਵਣੇ ਜਿਹੜਾ ਹੈਗਾ ਵਾਅਦੇ ਕਰਦੀ ਹੈ ਤੇ ਵਾਅਦੇ ਪੂਰੇ ਕਰਨੇ ਬੜੇ ਔਖੇ। ਜਦੋਂ ਤੁਸੀਂ ਚਿਮਨੀਆਂ ਦੀ ਖੁਦ ਹੀ ਗੱਲ ਕੀਤੀ ਵੀ ਇਹਨਾਂ ਚਿਮਨੀਆਂ 'ਚੋਂ ਧੂੰਆਂ ਕੱਢੂਗਾ, ਤਾਂ ਚਿਮਨੀਆਂ ਤਾਂ ਤੁਹਾਡੀ ਸਰਕਾਰ ਵੇਲੇ ਬੰਦ ਹੋ ਗਈਆਂ ਸੀ। ਸਾਡੀ ਸਰਕਾਰ ਵੇਲੇ ਬੰਦ ਹੋ ਗਈਆਂ ਸੀ ਤਾਂ ਅਸੀਂ ਉਹ ਥਰਮਲ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਨਾ। ਤੁਸੀਂ ਇਹ ਬੰਦ ਕਿਉਂ ਕੀਤਾ? ਪਹਿਲੀ ਗੱਲ ਤਾਂ ਗੱਲ ਇਹੀ ਆ ਗਈ, ਫਿਰ ਬੰਦ ਕਿਉਂ ਹੋਇਆ? ਜਿਹੜਾ ਥਰਮਲ ਬੰਦ ਹੋਣ ਦਾ ਕਾਰਨ ਜਿਹੜਾ ਸੀਗਾ, ਬਿਜਲੀ ਦੇ ਵਿੱਚ ਬੜੀ ਵੱਡੀ ਸਮੱਸਿਆ ਸੀ ਪੰਜਾਬ ਦੇ ਵਿੱਚ। ਬਠਿੰਡੇ ਸਾਰੇ ਪੰਜਾਬ ਦੇ ਬਿਜਲੀ ਦੇ ਵਿੱਚ ਨਵੇਂ ਪਲਾਂਟ ਲੱਗੇ। ਉਹ ਪਲਾਂਟਾਂ ਦੇ ਨਾਲ ਮਤਲਬ ਜਦੋਂ ਅਨਸੀਜ਼ਨਲ ਹੋਣਾ ਜੀ, ਜਦੋਂ ਬਿਜਲੀ ਦੀ ਖਪਤ ਘੱਟ ਹੋਣੀ ਹੈ ਤਾਂ ਉਦੋਂ ਆਟੋਮੈਟਿਕਲੀ ਹੈ ਵੀ ਥੋੜ੍ਹਾ ਜਿਹਾ ਉਹਨੂੰ ਦੇਣਾ ਪਏਗਾ। ਕਿ ਬਠਿੰਡੇ ਦੀ ਭੂਗੋਲਿਕ ਸਥਿਤੀ ਇਹ ਹੈ, ਜਾਂ ਤਾਂ ਸਾਨੂੰ ਚਾਹੀਦੀ ਹੈ 12,000 ਮੈਗਾਵਾਟ ਅਤੇ ਜਾਂ ਸਾਨੂੰ ਚਾਹੀਦੀ ਹੈ ਸਿਰਫ 3,000 ਮੈਗਾਵਾਟ। ਇਹ ਬੜਾ ਡਿਫਰੈਂਸ ਹੈ। ਇਸ ਕਰਕੇ ਉਹ ਥੋੜ੍ਹੀ ਉਸ ਟਾਈਮ ਦੇ ਉੱਤੇ ਜਦੋਂ ਪੀਕ ਲੋਡ ਨਹੀਂ ਚੱਲਦਾ ਸੀ ਉਦੋਂ ਥਰਮਲ ਜਿਹੜਾ ਬੰਦ ਹੁੰਦਾ ਸੀ। ਬਾਕੀ ਜਦੋਂ ਲੋਡ ਪੈਂਦੀ ਸੀ, ਲੋਡ ਪੈਣ ਦੇ ਉੱਤੇ ਬਠਿੰਡਾ ਥਰਮਲ ਚੱਲਦਾ ਸੀ। ਇਹ ਜ਼ਰੂਰ ਸੀ ਕਿ ਅਸੀਂ ਇਹ ਥਰਮਲ ਦੀ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹਨੂੰ ਨਵੇਂ ਤਰੀਕੇ ਨਾਲ ਕਿਵੇਂ ਚਲਾ ਸਕਦਾ ਜਾਂ ਹੋਰ ਚਾ, ਉਹਦੇ ਵਾਸਤੇ ਹਮੇਸ਼ਾ ਹੀ ਗੱਲਬਾਤ ਚੱਲਦੀ ਸੀ ਅਤੇ ਹਮੇਸ਼ਾ ਹੀ ਉਹਦੇ ਬਾਰੇ ਸੋਚਿਆ ਜਾਂਦਾ। ਇੱਕ ਜੀ ਮੈਨੂੰ ਦੱਸੋ, ਤੁਸੀਂ ਕਬਜ਼ਿਆਂ ਦੀ ਗੱਲ ਕੀਤੀ, ਹੋਰ ਗੱਲ ਕੀਤੀ, ਕਿਉਂਕਿ ਬਠਿੰਡੇ ਦੇ ਵਿੱਚ ਕੁਝ ਵਿਅਕਤੀਆਂ ਦਾ, ਉਹ ਤੁਹਾਡੇ ਨੇੜੇ ਵੀ ਰਹੇ ਨੇ, ਬੇਸ਼ੱਕ ਅੱਜ ਦੂਜੇ ਪਾਸੇ ਚਲੇ ਗਏ, ਉਹਨਾਂ ਦੇ ਉੱਤੇ ਬੜੇ ਇਲਜ਼ਾਮਾਤ ਲੱਗ ਰਹੇ ਨੇ। ਤੁਹਾਡੀ ਉਹਨਾਂ ਨੂੰ ਪੁਸ਼ਤ ਬਣਾਈ ਸੀ ਜਦੋਂ ਉਹਨਾਂ ਨੇ ਪੂਰੀ ਤਰਥੱਲੀ ਮਚਾਈ, ਕਬਜ਼ੇ ਕੀਤੇ, ਸਰਕਾਰੀ ਜ਼ਮੀਨਾਂ ਵੇਚੀਆਂ, ਕੌਡੀਆਂ ਦੇ ਭਾਅ ਉਹਨਾਂ ਨੇ ਰਜਿਸਟਰੀਆਂ ਕਰਾਈਆਂ। ਘਪਲੇਬਾਜ਼ੀ ਤਾਂ ਨਿਉਂ ਤਾਂ ਉਹਦੀ ਧਰੀ ਗਈ ਸੀ। ਜੇ ਅੱਜ ਕੱਲ੍ਹ ਆਖੀਏ ਜੇ ਜਿਵੇਂ ਜੱਟ ਕਹਿੰਦਾ ਨਾ, ਜੱਟ ਦੇ ਬਰਸੀਮ ਵਿੱਚ ਦਾਨੇਵਾਲੀਆ ਸਾਹਿਬ, ਮੈਂ ਗਰੰਟੀ ਕਰਦਾ ਇੱਕ ਬਠਿੰਡੇ ਸ਼ਹਿਰ ਦਾ ਬੰਦਾ ਖੜਾ ਹੋ ਕੇ ਕਹਿੰਦੇ ਮੇਰੀ ਜ਼ਮੀਨ 'ਤੇ ਕਬਜ਼ਾ ਹੋਇਆ 10 ਸਾਲਾਂ ਦੇ ਵਿੱਚ ਜੀ, ਮੈਂ ਰਾਜਨੀਤੀ ਤੋਂ ਸੁਨੇਹਾ ਲੈ ਜਾਊਂਗਾ। ਇੱਕ ਬੰਦਾ ਖੜਾ ਹੋ ਕੇ ਜੀ ਵੀ ਸਰੂਪ ਸਿੰਘਲਾ ਨੇ ਗੱਲ ਨਹੀਂ ਸੁਣੀ ਅਤੇ ਆਹ ਫਲਾਨਾ ਕਬਜ਼ਾ ਨਜਾਇਜ਼, ਚਾਹੇ ਕੋਈ ਵੀ ਬੰਦਾ ਹੋਇਆ ਉਹਦੀ ਮੇਰੀ ਗਰੰਟੀ ਹੈ ਉਹ 10 ਸਾਲਾਂ ਦਾ ਨਾ। ਫਿਰ ਉਦੋਂ ਤਾਂ ਤੁਸੀਂ ਟਰੱਕ ਯੂਨੀਅਨ ਪਿੱਛੇ ਵੀ ਇੱਥੇ ਗੋਲੀਆਂ ਚੱਲਦੀਆਂ ਰਹੀਆਂ, ਸਮਾਨ ਢੋਣ ਪਿੱਛੇ ਵੀ ਚੱਲਦਾ ਰਿਹਾ ਸਾਰਾ ਕੁਝ। ਤੁਸੀਂ ਗੱਲ ਕਬਜ਼ਿਆਂ ਦੀ ਗੱਲ ਕਰਦੇ ਆ, ਮੈਂ ਟਰੱਕ ਜਿਹੜੀ ਟਰੱਕ ਯੂਨੀਅਨ ਦੀ ਗੱਲ ਕਰਦੇ ਆ। ਹਾਂ, ਟਰੱਕ ਯੂਨੀਅਨ ਨਾਲ ਵੀ ਅੱਜ ਗੱਲ ਕਰ ਲਓ ਜਾ ਕੇ। 850-900 ਟਰੱਕ ਹੁੰਦਾ ਸੀਗਾ। ਸਾਰਿਆਂ ਨੂੰ ਜੇ ਸਰਕਾਰੀ ਜਿਹੜੇ ਟੈਂਡਰ ਹੁੰਦੇ ਸੀ, ਸਰਕਾਰੀ ਮਾਲ ਦੀ ਢੁਆਈ ਹੁੰਦੀ ਸੀ,
ਉਹ ਯੂਨੀਅਨ ਨੂੰ ਟੈਂਡਰ ਦਵਾਏ ਜਾਂਦੇ ਸੀ, ਕਿਉਂਕਿ ਛੋਟੇ ਛੋਟੇ ਗਰੀਬ ਆਦਮੀ ਸੀ, ਛੋਟੀਆਂ ਗੱਡੀਆਂ ਵਾਲੇ ਸੀ, ਜਿਹੜੀਆਂ ਗੱਡੀਆਂ 'ਤੇ ਅੱਜ ਮਾਲ ਨਹੀਂ ਭੇਜਿਆ ਜਾਂਦਾ, ਇਕੱਲੀ ਕਣਕ ਢੋਈ ਜਾਂਦੀ ਸੀ, ਤੇ ਉਹ ਟੈਂਡਰ ਯੂਨੀਅਨ ਦੇ ਨਾਂ 'ਤੇ ਹੁੰਦੇ ਸੀ। ਅੱਜ ਯੂਬੀ ਪਤਾ ਨਹੀਂ ਯੂਬੀ ਐਂਟਰਪ੍ਰਾਈਜ਼ ਬਣਾ ਕੇ ਜੋ ਸਾਹਿਬ ਦੇ ਇੰਪਲਾਈ ਆ ਜਾਂ ਡਰਾਈਵਰ ਹੈ, ਉਹਨਾਂ ਦੇ ਨਾਮ ਦੇ ਉੱਤੇ ਅੱਜ ਜਿਹੜੇ ਯੂਨੀਅਨ ਦਾ ਟੈਂਡਰ ਹੋਇਆ, ਉਹ ਅੱਜ ਸਾਰੇ 3 ਸਾਲਾਂ ਦਾ ਰਿਕਾਰਡ ਕਢਾ ਲਓ, ਸਾਰਾ 30% ਪੈਸਾ ਉਹ ਟੈਂਡਰ ਦਾ 30% ਕੱਟ ਕੇ ਛੋਟੇ ਛੋਟੇ ਜਿਹੜੇ ਟਰੱਕ ਯੂਨੀਅਨ ਦੇ ਬੰਦੇ ਆ, ਉਹਨਾਂ ਦੇ ਮੂੰਹ ਦੇ ਵਿੱਚੋਂ ਰੋਟੀ ਖੋਈ ਜਾ ਰਹੀ ਹੈ। ਗੱਲ ਬੜੀ ਹੈਰਾਨੀ ਜੀ ਹੁੰਦੀ ਹੈ ਕਿ ਬਠਿੰਡੇ ਨੂੰ ਬੜਾ ਇੱਕ ਵਧੀਆ ਸੌਫਟ ਜਿਹਾ ਸ਼ਹਿਰ ਮੰਨਿਆ ਜਾਂਦਾ ਸੀ। ਲੁਧਿਆਣੇ ਸੁਣਦੇ ਸੀ, ਲੁਧਿਆਣੇ ਕਬਜ਼ੇ ਹੋ ਗਏ, ਜੇ ਕਿਸੇ ਦੀ ਜਾਇਦਾਦ ਵਿਹਲੀ ਪਈ ਹੈ, ਗਲੀਆਂ ਵੇਚਤੀਆਂ, ਹੋਰ ਵੇਚਤੀਆਂ। ਉਹ ਸਥਿਤੀ ਜਿਹੜੀ ਹੈ ਨਾ, ਜੇ ਆਪਾਂ ਗੱਲ ਕਰੀਏ ਤਾਂ, ਕਿਉਂਕਿ ਇਸ ਦਾ ਪੱਤਰਕਾਰ, ਤੁਸੀਂ ਤਾਂ ਆਪਦੀ ਗੱਲ ਕਰਨੀ ਹੈ, ਤੁਸੀਂ ਤਾਂ ਆਪਦੀ ਸਫਾਈ ਦੇਣੀ ਹੈ, ਪਰ ਅਸੀਂ ਦੇਖੀਏ ਕਿ ਬੰਦੇ ਭਾਵੇਂ ਤੁਹਾਡੇ ਨੇੜੇ ਸੀ, ਭਾਵੇਂ ਇੱਧਰ ਨੇੜੇ ਹੋ ਗਏ। ਜੇ ਕਹੀਏ ਤਾਂ ਪੰਜਾਬੀ 'ਚ ਮੈਂ ਸਿੱਧੀ ਗੱਲ ਕਹਾਂ ਕਿ ਕਾਂਗਰਸ ਦੇ ਵਿੱਚ ਭੋਲੇ ਸੀ ਤੇ ਅਕਾਲੀ ਦਲ 'ਚ ਰਾਜੂ ਸੀ, ਕੀ ਕਹੋਗੇ? ਮੈਂ ਕਿਸੇ ਦੀ ਪੁਸ਼ਤ ਪਨਾਹੀ ਦੀ ਗੱਲ ਨਹੀਂ ਕਰਦਾ, ਮੈਂ ਇਹ ਗੱਲ ਕਰਦਾ ਵੀ ਮੰਨ ਲਓ ਗਲਤ ਹੋਇਆ ਤੇ ਉੱਤੇ ਪਰਚਾ ਦਿਓ। ਪਰਚਾ ਕਿਉਂ ਨਹੀਂ ਦਿੰਦੇ? ਉਹ ਤੁਹਾਨੂੰ ਚੰਗਾ ਲੱਗਣ ਲੱਗ ਗਿਆ ਰਾਜੂ। ਅੱਜ ਜਿਹੜਾ ਰਾਜੂ ਗਲਤ ਸੀ, ਜਦੋਂ ਇਲੈਕਸ਼ਨ ਆ ਗਏ ਉਦੋਂ ਰਾਜੂ ਨੂੰ ਇਲੈਕਸ਼ਨ ਆਪਦੇ ਹੱਥ ਲਿਆ ਕੇ ਤੇ ਰਾਜੂ ਸਾਫ ਸੁਥਰਾ ਹੋ ਗਿਆ। ਮੈਂ ਇਹ ਨਹੀਂ ਕਹਿੰਦਾ, ਮੈਂ ਇਹ ਕਹਿੰਦਾ ਕਿ ਮੈਂ ਕਿਸੇ ਦੀ ਚੀਜ਼ ਦੀ ਗਰੰਟੀ ਕੋਈ ਨਹੀਂ ਕਰ ਸਕਦਾ ਕਿ ਉਹਨੇ ਕੀ ਮਤਲਬ ਕੀਤਾ ਹੈਗਾ। ਜੇ ਕੋਈ ਮੇਰੇ ਸਾਹਮਣੇ ਉਹ ਲੈ ਕੇ ਆਉਂਦਾ ਹੈ ਜਾਂ ਲੈ ਕੇ ਆਇਆ ਜਾਂ ਸੀ, ਤੇ ਕਾਨੂੰਨ ਨੇ ਆਪਦਾ ਕੰਮ ਕੀਤਾ ਸੀ। ਇਹ ਨਹੀਂ ਸੀ ਕਿ ਸਰੂਪ ਸਿੰਘਲੇ ਕੋਲੇ ਆ ਨਹੀਂ ਸਕਦਾ ਤੇ ਸਰੂਪ ਸਿੰਘਲਾ ਗੱਲ ਸੁਣ ਕੇ ਉਹਦੀ ਹਰਕਤ। ਫਿਰ ਸਰੂਪ ਸਿੰਘਲੇ 'ਚ ਇਹੋ ਜਿਹੀ ਕੀ ਕਮਜ਼ੋਰੀ ਸੀਗੀ ਕਿ ਸਰੂਪ ਸਿੰਘਲੇ ਦੇ ਇਲੈਕਸ਼ਨਾਂ ਦੇ ਵਿੱਚ ਹੀ ਕਈ ਉਹਦਾ ਸਾਥ ਛੱਡ ਕੇ NFL ਦੇ ਗੈਸਟ ਹਾਊਸ ਦੇ ਵਿੱਚ ਮੀਟਿੰਗਾਂ ਕਰਦੇ ਫਿਰਦੇ ਸੀ, ਜਿਹਨੇ ਸਰੂਪ ਸਿੰਘਲੇ ਦੀ ਵਜ਼ਾਰਤ ਦੇ ਵਿੱਚ ਇੱਥੋਂ ਦੇ MLA-ਸ਼ਿਪ ਦੇ ਵਿੱਚ ਮਲਾਈਆਂ ਖਾਧੀਆਂ। ਤੁਸੀਂ ਤਾਂ ਪੱਤਰਕਾਰ ਹੋ, ਇਹ ਤਾਂ ਵਪਾਰੀ ਹੈ, ਇਹ ਤਾਂ ਸਦਾ ਦੇ ਵਣਜਾਰੇ ਹੈ। ਜਦੋਂ ਦੇਖੀ ਸਦਾ ਉਧਰ ਹੋ ਗਈ, ਉਧਰ ਨੂੰ ਹੋ ਗਏ। ਇਹਨਾਂ ਦੀ ਕੋਈ ਪਾਰਟੀ ਨਹੀਂ ਹੈ। ਇਹਨਾਂ ਦਾ ਜਿਹੜਾ ਧਰਮ ਕਰਮ ਹੈ, ਪੈਸਾ ਹੈ, ਉਹ ਸਦਾ ਦੇ ਵਣਜਾਰੇ ਹੈ। ਉਹ ਸਦਾ ਦੇ ਵਣਜਾਰੇ ਉਧਰ ਚਲੇ ਗਏ। ਨਹੀਂ, ਉਹ ਤਾਂ ਚਲੇ ਗਏ, ਪਰ ਨਿਰਾਸ਼ਾ ਤਾਂ ਤੁਹਾਡੇ ਉਹਨਾਂ ਅਸਲ ਵਰਕਰਾਂ ਨੂੰ ਹੋਈ ਨਾ, ਕਿਉਂਕਿ ਸੱਤਾ ਦੇ ਵਣਜਾਰੇ ਸੀਗੇ। ਇਹ ਕਿਉਂ ਹੁੰਦਾ ਹੈ ਕਿ ਜਿਹੜੇ ਪੈਸੇ ਦੇ ਪੀਰ ਨੇ ਇਹ ਹਰ ਲੀਡਰ ਦੇ ਨੇੜੇ ਹੋ ਜਾਂਦੇ ਆ, ਤੇ ਜਿਹੜਾ ਅਸਲ ਤੁਹਾਡਾ ਇਹ ਦਾਨੇਵਾਲੀਆ ਸਾਹਿਬ, ਸਾਡੇ ਵਰਕਰਾਂ ਨੇ ਇਹ ਬਿਲਕੁਲ ਗਲਤ ਸਾਬਤ ਕੀਤਾ। ਸਾਡੇ ਵਰਕਰਾਂ ਨੇ, ਚਾਹੇ ਰਾਜੂ ਦੇ ਵਾਰਡ ਦੀ ਗੱਲ ਲਓ, ਅਸੀਂ ਮੈਂਬਰ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਇਹਨਾਂ ਕੋਲੇ ਡੰਡਾ ਸੀ, ਇਹਨਾਂ ਕੋਲੇ ਸਰਕਾਰ ਸੀ, ਇਹਨਾਂ ਕੋਲੇ ਜੋ ਸੀ, ਇਹਨਾਂ ਕੋਲ ਹਜ਼ਾਰਾਂ ਬੰਦੇ ਸੀ ਇਹ ਵੋਟਾਂ ਪਾਉਣ ਵਾਸਤੇ। ਸਾਰੇ ਸਾਫ਼ ਕੀਤੇ ਹੈ। ਚਾਹੇ ਰਾਜੂ ਲਾ ਲਓ, ਚਾਹੇ ਹਰਮੰਦਰ ਲਾ ਲਓ, ਚਾਹੇ ਜਿਹੜੇ ਮਰਜ਼ੀ ਲਾ ਲਓ, ਜਿਹੜੇ ਇਹ ਖਾਸ ਬਣਾ ਕੇ ਲਗਾਏ ਸੀਗੇ, ਸਾਰਿਆਂ ਨੂੰ ਰਗੜਾ ਚਾੜਿਆ ਪਾਰਲੀਮੈਂਟ ਇਲੈਕਸ਼ਨ। ਕਿਉਂਕਿ ਇਹ ਇਲਜ਼ਾਮ ਸੀ। ਸਰੂਪ ਸਿੰਘਲੇ ਨੇ ਕਦੇ ਇਹ ਨਹੀਂ ਕਿਸੇ ਨੂੰ ਕਿਹਾ ਸੀ ਵੀ ਤੂੰ ਮਰਜ਼ੀ ਨਾਲ ਜਿੱਥੇ ਮਰਜ਼ੀ। 2-4 ਗੱਲਾਂ ਹੋਈਆਂ, ਅੱਜ ਮੈਂ ਕੈਮਰੇ ਦੇ ਉੱਤੇ ਗੱਲਾਂ ਕਰਨਾ ਚੰਗੀਆਂ ਲੱਗਦਾ, ਤੁਸੀਂ ਡਿਬੇਟ ਕਿਤੇ ਮੇਰੇ ਨਾਲ ਬੈਠੇ ਕਰਵਾ ਲਿਓ। ਜੇ ਕਿਸੇ ਸਾਡੇ ਬੰਦੇ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਪਤਾ ਲੱਗਿਆ ਤੇ ਨਾਲ ਦੀ ਨਾਲ ਉਹਦੀ ਪੂਛ ਖਿੱਚੀ, ਨਾਲ ਦੀ ਨਾਲ। ਅੱਜ ਬਠਿੰਡੇ ਦੇ ਵਿੱਚ ਇੱਕ ਬੰਦਾ ਕਹਦੇ ਕਿ ਸਰੂਪ ਸਿੰਘਲਾ ਦੀ ਪੁਸ਼ਤ ਬਣਾਈ ਥੱਲੇ ਫਲਾਨਾ ਕਬਜ਼ਾ ਹੋਇਆ, ਅੱਜ ਵੀ ਹੋਇਆ, ਤਾਂ ਅੱਜ ਵੀ ਉਹਦੇ ਦੇਣ ਦਾ ਮੈਂ ਦੇਂਦਾ ਰਹਾਂਗਾ। ਤੇ ਲਾਟਰੀਆਂ ਦੀ ਗੱਲ ਕੀਤੀ, ਲਾਟਰੀਆਂ ਵੀ ਤਾਂ ਬਠਿੰਡਾ ਮਸ਼ਹੂਰ ਸੀ ਲਾਟਰੀਆਂ ਵਾਸਤੇ। ਲਾਟਰੀਆਂ ਬੜੀ ਦੇਖੀ ਹੈ ਤੁਸੀਂ। ਲਾਟਰੀਆਂ ਵਾਲੇ ਵੀ ਇੱਥੇ ਬੈਠੇ ਆ। ਲਾਟਰੀਆਂ ਵਾਲੇ ਮੇਰੀ ਇਲੈਕਸ਼ਨ ਦੇ ਵਿੱਚ ਮੇਰੇ ਕੋਲੇ ਆ ਗਏ, ਮੈਨੂੰ ਕਹਿੰਦੇ ਸਿੰਗਲਾ ਸਾਹਿਬ ਇਲੈਕਸ਼ਨ ਆ ਗਏ, ਅਸੀਂ ਫੰਡ ਦੇਣਾ। ਮੈਂ ਫੰਡ ਨਹੀਂ ਲੈਣਾ ਸੋਥੋਂ। 40 ਦੁਕਾਨਾਂ ਹੋਈਆਂ ਕਰਦੀਆਂ ਸੀ, 40 ਦੁਕਾਨਾਂ ਹੋਇਆ ਕਰਦੇ ਸੀ ਲਾਟਰੀ ਦੀਆਂ, ਜਿਹੜੀਆਂ ਕਾਨੂੰਨੀ ਵੈਲਿਡ ਸੀ। 41ਵੀਂ ਦੁਕਾਨ ਨਹੀਂ ਹੋਣ ਦਿੱਤੀ ਸੀ। ਤੇ ਇੱਥੇ ਕਿਰਪਾ ਹੋਈ ਫਾਈਨਾਂਸ ਮਿਨਿਸਟਰ ਜੀ ਦੀ, ਕਿਉਂਕਿ ਫਾਈਨਾਂਸ ਮਿਨਿਸਟਰ ਨੂੰ ਫਾਈਨਾਂਸ ਚਾਹੀਦਾ ਹੁੰਦਾ, ਚਾਹੇ ਫਾਈਨਾਂਸ ਆਪਦੇ ਸਰਕਾਰੀ ਖਜ਼ਾਨੇ ਵਾਸਤੇ ਹੁੰਦਾ ਹੈ ਤੇ ਜਾਂ ਪਤਾ ਨਹੀਂ ਘਰ ਵਾਸਤੇ ਕਰਦਾ ਸੀ ਇਕੱਠਾ। 250 ਦੁਕਾਨ ਖੁੰਭਾਂ ਵਾਂਗੂ ਗੁਰਿਆਈ ਕਾਂਗਰਸ ਆਉਣ ਤੇ ਬੰਦੇ ਲਾਗੇ ਕਲੈਕਸ਼ਨ ਕਰਨ। ਹਰ ਤੋਂ 5-5 ਹਜ਼ਾਰ ਰੁਪਏ ਦੀ ਕਲੈਕਸ਼ਨ ਹੋਣ ਲੱਗੀ। ਇਹ ਤਾਂ ਜਦੋਂ ਰੌਲਾ ਪਿਆ, ਅਸੀਂ ਰੌਲਾ ਪਾਇਆ, ਬਦਨਾਮੀ ਹੋਣ ਲੱਗੀ ਪੰਜਾਬ ਸਰਕਾਰ ਦੀ,
ਤੇ ਡੰਡਾ ਪਿਆ ਕੈਪਟਨ ਦਾ ਜਾ ਕੇ, ਫੇਰ ਜਾ ਕੇ ਕਿਤੇ ਉਹਨਾਂ ਨੇ ਲਾਟਰੀ ਦਾ ਧੰਦਾ ਬੰਦ ਕੀਤਾ। ਇਹਦੇ ਬਾਰੇ ਵੀ ਜਦੋਂ ਮਰਜ਼ੀ ਚੈੱਕ ਕਰ ਲਿਓ। 40 ਤੋਂ 41 ਦੁਕਾਨਾਂ ਬਠਿੰਡੇ ਦੇ ਵਿੱਚ ਹੋਣ 10 ਸਾਲਾਂ ਦੇ ਵਿੱਚ, 40 ਤੋਂ 41 ਦੁਕਾਨਾਂ, ਤੇ ਉਹਦਾ ਮੈਂ ਅੱਜ ਵੀ ਦੇਂਦਾ। ਸਿੰਗਲਾ ਸਾਹਿਬ, ਗੱਲ ਤਾਂ ਮੈਂ ਤੁਹਾਡੀ ਸਾਰੀ ਸਮਝਦਾ ਕਿ ਦੇਖੋ ਹੁਣ ਪਿਛਲੇ 3.5 ਸਾਲ ਹੋ ਗਏ, ਮੈਂ ਕੋਈ ਐਕਟੀਵਿਟੀ ਤੁਹਾਡੀ ਬਾਹਰ ਨਹੀਂ ਦੇਖੀ ਸੀ। ਤੁਹਾਡੇ ਮੈਰਿਜ ਪੈਲੇਸ ਨੂੰ ਜਿੰਦਰਾ ਲਾਤਾ, ਤੁਸੀਂ ਦਫ਼ਤਰ ਘੇਰਨ ਪਹੁੰਚ ਗਏ ਮਨਪ੍ਰੀਤ ਬਾਦਲ ਦਾ, ਹੁਣ ਸਿਆਸਤ ਯਾਦ ਆਈ ਹੈ 3.5 ਸਾਲਾਂ 'ਚ। ਮੇਰੀ ਤਾਂ ਸਿਆਸਤ ਜਦੋਂ ਤੋਂ ਅਸੀਂ ਇਲੈਕਸ਼ਨ ਹਾਰੇ ਹਾਂ ਉਦੋਂ ਤੋਂ ਸਿਆਸਤ ਚੱਲ ਰਹੀ ਹੈ। ਮੇਰੇ ਜੀਤ ਪੈਲੇਸ ਨੂੰ ਜਿੰਦਰਾ ਹੁਣ ਲਾਇਆ ਤਾਂ ਫਿਰ ਉਹ ਦਫ਼ਤਰ ਘੇਰਨਾ ਵੀ ਉਦੋਂ ਹੀ ਬਣਦਾ। ਵੈਸੇ ਤਾਂ ਅਸੀਂ ਹਰ ਥਾਂ 'ਤੇ ਘੇਰਦੇ ਹਾਂ, ਚਾਹੇ ਸਬਜ਼ੀ ਮੰਡੀ ਦੇ ਵਿੱਚ, ਸਬਜ਼ੀ ਮੰਡੀ ਨੂੰ ਖਾ ਗਏ ਇਹ। ਤੁਸੀਂ ਕਿੱਡੀ ਉਹ ਗੱਲ ਹੈ, ਇੱਕ ਗੱਲਾਂ 'ਚੋਂ ਗੱਲ ਆ ਗਈ ਕਿ ਲਾਕਡਾਊਨ ਲੱਗਿਆ ਜੀ, ਲੋਕ ਭੁੱਖੇ ਮਰ ਰਹੇ ਆ, ਰਾਸ਼ਨ ਗਾਇਬ ਹੋ ਗਿਆ। ਫਿਰ ਉਹਦੇ ਵਾਸਤੇ ਅਸੀਂ ਪੂਰਾ ਲੜਾਈ ਲੜੀ। ਉਦੋਂ ਬਾਅਦ ਦੇ ਵਿੱਚ ਲਾਕਡਾਊਨ ਆ ਗਿਆ, ਸਾਰਿਆਂ ਦੇ ਪਾਸ ਖਾਰਜ, ਤੇ ਆਪਦੇ ਜਿਹੜੇ ਰੇਹੜੀਆਂ ਵਾਲਿਆਂ ਦੀਆਂ ਰੇਹੜੀਆਂ ਫੜ ਕੇ ਬੰਦ ਕਰਕੇ ਫਾਇਰ ਬ੍ਰਿਗੇਡ 'ਚ ਦਾਤੀਆਂ। ਆਪਣੇ ਚਿੱਠੇ ਹਾਥੀ ਲਿਆ ਕੇ ਡੱਬ ਵਾਲੀ ਜਿਹੜੀ ਚੀਜ਼ 5 ਰੁਪਏ ਦੀ ਸੀ ਉਹ 50 ਰੁਪਏ ਵਿਕੀ, ਤੇ ਜਿਹੜੀ 50 ਵਾਲੀ ਸੀ ਇੱਥੇ 250 ਰੁਪਏ ਵਿਕੀ। ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕਿ ਅੱਜ ਇਨਕੁਆਰੀ ਹੋ ਜਾਏ, ਕਰੋੜਾਂ ਰੁਪਈਆ ਸਬਜ਼ੀ ਮੰਡੀ ਦੇ ਵਿੱਚੋਂ ਇਹਨਾਂ ਕੋਲੇ ਗਿਆ ਹੈ, ਉਹ ਨਿਕਲੂਗਾ ਕਰੋੜਾਂ ਰੁਪਈਆ। ਜਿਹੜੀ ਆਪਾਂ ਮੈਰਿਜ ਪੈਲੇਸ ਦੀ ਗੱਲ ਕਰਦੇ ਸੀ, ਮੇਰਾ ਮੈਰਿਜ ਪੈਲੇਸ ਬਣਿਆ ਸਨ 95 ਦਾ ਜੀ, 95 ਦਾ ਮੈਰਿਜ ਪੈਲੇਸ ਬਣਿਆ। 16 ਦੇ ਵਿੱਚ ਨਵੀਂ ਪਾਲਿਸੀ ਆਈ ਹੈ ਜੀ, 16 ਦੇ ਵਿੱਚ ਨਵੀਂ ਪਾਲਿਸੀ ਆ ਕੇ ਮੈਥੋਂ ਇਹਨਾਂ ਨੇ ਪੈਸਿਆਂ ਦੀ ਡਿਮਾਂਡ ਕੀਤੀ ਹੈ। ਦਸੰਬਰ ਦੇ ਵਿੱਚ 18 ਲੱਖ ਰੁਪਇਆ ਮੈਂ ਭਰਿਆ ਹੈ। ਲਾਕਡਾਊਨ ਦੇ ਦਰਮਿਆਨ ਮਈ ਦੇ ਵਿੱਚ ਇਹਨਾਂ ਦਾ ਮੇਰੇ ਕੋਲ ਇੱਕ ਲੈਟਰ ਮਿਲਦਾ ਹੈ ਕਿ ਤੁਸੀਂ, ਕਿਉਂਕਿ ਅਸੀਂ ਲਾਕਡਾਊਨ ਦੇ ਵਿੱਚ ਇਹਨਾਂ ਦੀ ਜਿਹੜੀ ਸੀ ਇਹ ਚੱਲ ਰਹੀ ਬਠਿੰਡਾ ਦੇ ਵਿੱਚ ਅਨਾਜ ਦੇ ਘਪਲੇ, ਅਨਾਜ ਦੀ ਹੋਰ ਵੰਡ, ਉਹ ਸਾਰਾ ਕੁਝ ਚੱਲ ਰਿਹਾ ਸੀਗਾ। ਉਹਦੇ ਵਿੱਚ ਇਹਨਾਂ ਦੀ ਮਨਸ਼ਾ ਸੀ ਵੀ ਇਸ ਟਾਈਮ ਮੈਰਿਜ ਪੈਲੇਸ ਬੰਦ ਕਰੀਏ। ਮੈਂ ਲਿਖ ਕੇ ਦਿੱਤਾ 29 ਮਈ ਨੂੰ ਕਮਿਸ਼ਨਰ ਸਾਹਿਬ ਨੂੰ ਕਿ ਲਾਕਡਾਊਨ ਦਾ ਪੀਰੀਅਡ ਹੈ, ਲਾਕਡਾਊਨ ਦੇ ਵਿੱਚ ਸਾਡਾ ਮੈਰਿਜ ਪੈਲੇਸ ਬੰਦ ਹੈ, ਫਿਰ ਵੀ ਅਸੀਂ ਜੇ ਮੈਰਿਜ ਪੈਲੇਸ ਚਲਾਵਾਂਗੇ ਤਾਂ ਤੁਹਾਡੀਆਂ ਪ੍ਰੋਪਰ ਮਨਜ਼ੂਰੀਆਂ ਲੈ ਕੇ ਚਲਾਵਾਂਗੇ, ਬਿਨਾਂ ਮਨਜ਼ੂਰੀ ਤੋਂ ਮੈਰਿਜ ਪੈਲੇਸ ਨਹੀਂ ਚਲਾਵਾਂਗੇ। ਇਹ ਅਸੀਂ ਲਿਖ ਕੇ ਦਿੱਤਾ। ਫਿਰ ਜਿੱਦੇ ਗੱਲ ਆਈ ਅਸੀਂ ਗੱਲ ਚੱਕੀ, ਟਰੱਕ ਹੀ ਨਹੀਂ ਆਉਂਦੀ। ਅਸੀਂ ਗੱਲ ਚੱਕੀ ਜਿਹੜੇ 600 ਕਰੋੜ ਰੁਪਏ ਦਾ ਲੇਬਰ ਦਾ ਘਟਾਲਾ ਹੋਇਆ ਉਹਦੀ ਗੱਲ ਚੱਕੀ। ਉਹ ਗੱਲ ਚੱਕਣ 'ਤੇ ਜਦੋਂ ਇਹਨਾਂ ਨੂੰ ਮਿਰਚਾਂ ਲੱਗੀਆਂ ਇਨਲੀਗਲ ਤੌਰ 'ਤੇ, ਦੇਖੋ ਕੋਈ ਆਰਡਰ ਪਾਸ ਕਰਦਾ ਕਮਿਸ਼ਨਰ, ਉਹਦੀ ਕਾਪੀ ਦਿੰਦਾ, ਉਹਦੀ ਕਾਪੀ ਜਿਹੜਾ ਉੱਥੋਂ ਦਾ ਸੁਪਰਡੈਂਟ ਹੁੰਦਾ ਹੈ, ਉਹ ਇੰਚਾਰਜ ਹੁੰਦਾ, ਜਾ ਕੇ ਉਹ ਤਾਲਾ ਲਾਉਂਦਾ ਹੈ। ਜੇ ਕਾਪੀ ਮੈਂ ਲੈਣ ਤੋਂ ਇਨਕਾਰੀ ਸੀ, ਉਹ ਕਾਪੀ ਚਸਪਾ ਕਰਤਾ ਹੈ, ਚਸਪਾ ਵੀ ਨਹੀਂ ਕੀਤੀ। ਅਗਲੇ ਦਿਨ ਮੈਂ ਲੈਣ ਗਿਆ, ਕਾਰਪੋਰੇਸ਼ਨ 'ਚ ਪਹੁੰਚਿਆ ਤਾਂ ਸੁਪਰਡੈਂਟ ਸਾਹਿਬ ਨਾਲ ਗੱਲ ਕਰਕੇ ਗਿਆ ਸੀ। ਸੁਪਰਡੈਂਟ ਸਾਹਿਬ ਹਵਾ ਹੋ ਗਏ ਉੱਥੋਂ ਵੀ ਮੈਂ ਜਵਾਬ ਕੀ ਦੇਵਾਂਗਾ, ਅਸੀਂ ਕੁਝ ਲਿਖਿਆ ਹੀ ਨਹੀਂ, ਅਸੀਂ ਆਰਡਰ ਪਾਸ ਹੀ ਨਹੀਂ ਕੀਤਾ। ਮੈਂ ਕਮਿਸ਼ਨਰ ਸਾਹਿਬ ਕੋਲੇ ਜਾ ਵੜਿਆ, ਮੈਂ ਕਮਿਸ਼ਨਰ ਸਾਹਿਬ ਦਿਖਾਓ ਫਾਈਲ ਮੰਗਾਓ ਕੀ ਕੀਤਾ ਮੇਰੀ ਫਾਈਲ 'ਤੇ। ਉਹ ਮੁੰਡਾ ਭੇਜਿਆ, ਉਹ ਜਾ ਕੇ ਕਹਿੰਦੇ ਜੀ ਫਾਈਲ ਗੁਰਪ੍ਰੀਤ ਜੀ ਚੰਡੀਗੜ੍ਹ ਲੈ ਕੇ ਗਏ ਹੈ। ਜੀਤ ਮੈਰਿਜ ਪੈਲੇਸ ਬਠਿੰਡੇ, ਸੀਲ ਕਰ ਦਿਆ ਬਠਿੰਡੇ, ਪੈਲੇਸ ਜਾਂਦੀ ਹੈ, ਫਾਈਲ ਜਾਂਦੀ ਹੈ ਚੰਡੀਗੜ੍ਹ। ਤੇ ਕੀ ਇਹਦਾ ਮਤਲਬ ਜੋਜੋ ਨੇ ਕਹਿਤਾ ਜਾਂ ਮਨਪ੍ਰੀਤ ਨੇ ਕਹਿਤਾ ਕਰ ਦਿਓ ਬੰਦ ਸਰੂਪ ਸਿੰਘ ਦਾ ਜੀਤ ਪੈਲੇਸ, ਇਹਨੂੰ ਡਰਾ ਲਓ। ਮੈਂ ਡਰਨ ਵਾਲਾ ਨਹੀਂ ਹਾਂ। ਇਹਨਾਂ ਨੇ ਪੜ੍ਹਾਈਆਂ ਕੀਤੀਆਂ ਫੌਰਨ 'ਚ ਰਹਿ ਕੇ, ਤੇ ਮੈਂ ਪੜ੍ਹਾਈ ਕੀਤੀ ਹੈ ਮੱਝਾਂ ਦੇ ਪਿੱਛੇ ਜਾ ਕੇ। ਸਰੂਪ ਸਿੰਘਲਾ ਨਹੀਂ ਡਰਦਾ। ਸਰੂਪ ਸਿੰਘਲੇ ਨੂੰ ਪੈਸੇ ਦੇ ਹਰਜਾਨੇ ਨਾਲ ਨਹੀਂ ਡਰਾ ਸਕਦੇ, ਸਰੂਪ ਸਿੰਘਲੇ ਨੂੰ ਮਾਰਨ ਦੇ ਨਾਲ ਨਹੀਂ ਡਰਾ ਸਕਦੇ। ਸਰੂਪ ਸਿੰਘਲਾ ਜੇ ਇੱਕ ਤਰ੍ਹਾਂ ਨਾਲ ਨਰਮਾਈ ਨਾਲ ਚੱਲਣ ਵਾਲਾ ਸਾਡਾ ਪਰਿਵਾਰ ਹੈ, ਕਾਨੂੰਨ ਨੂੰ ਮੰਨਣ ਵਾਲੇ ਹਾਂ ਅਸੀਂ, ਸਮਾਜ ਦੇ ਵਿੱਚ ਰਹਿ ਕੇ ਸੱਭਿਅਤ ਸਮਾਜ ਦੇ ਵਿੱਚ ਰਹਿਣਾ ਚਾਹੁੰਦੇ। ਪਰ ਇਹ ਵੀ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਕਿ ਜ਼ੁਲਮ ਸਹਿਣਾ ਵੀ ਸਭ ਤੋਂ ਮਾੜਾ। ਅਸੀਂ ਜ਼ੁਲਮ ਨਹੀਂ ਸਹਾਂਗੇ ਇਹਨਾਂ ਲੋਕਾਂ ਦੇ, ਚਾਹੇ ਜਿੱਥੇ ਮਰਜ਼ੀ ਆ ਜਾਣ, ਜਿੱਥੇ ਮਰਜ਼ੀ ਭੱਜ ਲੈਣ। ਉਵੇਂ ਹੀ ਪ੍ਰੈਸ ਕਾਨਫਰੰਸਾਂ ਕਰੂੰਗਾ, ਉਵੇਂ ਹੀ ਸਾਰਾ ਕੁਝ ਕਰੂੰਗਾ। ਚਾਹੇ ਕੱਲ੍ਹ ਨੂੰ ਮੇਰੀ ਕੋਠੀ ਢਾਹ ਦੇਣ, ਚਾਹੇ ਮੇਰੀ ਦੁਕਾਨ ਬੰਦ ਕਰਾ ਦੇਣ, ਚਾਹੇ ਮੇਰੀ ਫੈਕਟਰੀ ਬੰਦ ਕਰਾ ਦੇਣ। ਸਾਲ ਤਾਂ ਇੱਕ ਹੀ ਰਹਿ ਗਿਆ।
ਸਾਲ ਇੱਕ ਹੀ ਰਹਿ ਗਿਆ। ਇਹ ਤਾਂ ਮੈਨੂੰ ਤੁਹਾਡੀ ਕੁਝ ਆਪਸ ਵਿੱਚ ਜੇ ਗੱਲ ਕਰੀਏ ਤਾਂ ਤੁਹਾਡੀ ਨਿੱਜੀ ਰੰਜਿਸ਼ ਜਿਹੜੀ ਹੈਗੀ ਸਿੱਧੇ ਤੌਰ ਦੇ ਉੱਤੇ ਜੇ ਪਰ ਆਖੀਏ ਕਿ ਪਿੰਡਾਂ ਵਾਲੀ ਲੜਾਈ ਸਾਹਮਣੇ ਆਉਂਦੀ ਹੈ, ਪਰ ਜੇਕਰ ਮਾਮੂਲੀ ਹੁਣ ਤੁਹਾਡੀ ਗੱਲ ਇਹ ਕਰੀਏ ਕਿ ਇਲੈਕਸ਼ਨ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਗਏ, ਤੁਸੀਂ ਕਿਵੇਂ ਪਿੰਡਾਂ ਲੜਾਈ ਕਰੇ? ਮੈਂ ਗੱਲ ਕਰਦਾ ਹਾਂ ਵੀ ਗਰੀਬਾਂ ਦਾ ਰਾਸ਼ਨ ਖਾ ਗਏ, ਉਹ ਮੇਰਾ ਰਾਸ਼ਨ ਖਾ ਗਏ। ਮੈਂ ਕਹਿੰਦਾ ਸਬਜ਼ੀ ਮੰਡੀ 'ਚ ਖਾ ਗਏ, ਕਰੋੜਾਂ ਰੁਪਈਆ ਖਾ ਗਏ, ਉਹ ਮੇਰਾ ਖਾ ਗਏ। ਮੈਂ ਕਹਿੰਦਾ ਲਾਟਰੀਆਂ 'ਚ ਖਾ ਗਏ, ਉਹ ਮੇਰਾ ਖਾ ਗਏ। ਜੋ ਆ ਵਿਚਾਰੇ ਸੇਠ ਆ ਪੁਰਾਣੇ ਬਰਨਾਲਾ ਬਾਈਪਾਸ ਤੇ ਪਲਾਟ ਦੱਬ ਲਿਆ, ਉਹ ਮੇਰਾ ਖਾ ਗਏ। ਇਹ ਮੇਰੀ ਨਿੱਜੀ ਲੜਾਈ ਨਹੀਂ ਹੈ। ਇਹ ਦਾਨੇਵਾਲੀਆ ਸਾਹਿਬ ਤੁਸੀਂ ਆਪਦੇ ਆਪ ਨੂੰ ਕਰੈਕਟ ਕਰੋ। ਮੈਂ ਇਹ ਲੋਕਾਂ ਦੀ ਲੜਾਈ ਲੜ ਰਿਹਾ। ਮੇਰੀ ਪੈਲਸ, ਮੇਰੇ ਪੈਲਸ ਬੰਦ ਕੀਤਾ, ਉਹਨੂੰ ਇਕੱਲੀ ਉਸ ਨਿੱਜੀ ਲੜਾਈ ਨੂੰ ਨਹੀਂ, ਮੇਰਾ ਪੈਲਸ ਬੰਦ ਕੀਤਾ ਜੇ ਮੈਂ ਲੋਕਾਂ ਦੇ ਮੁੱਦੇ ਚੁੱਕਿਆ। ਲੋਕਾਂ ਦੇ ਮੁੱਦਿਆਂ ਦੇ ਖਿਲਾਫ ਇਹਨਾਂ ਨੇ ਮੇਰਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਕੋਈ ਨਹੀਂ। ਨਾ ਚੱਲੂ ਮੈਰਿਜ, ਨਾ ਚੱਲੂ ਸਾਲ ਹੋਰ, 1.5 ਸਾਲ ਨਾ ਚੱਲੂ, ਫਿਰ ਚਲਾ। ਮੇਰੀ ਪ੍ਰਾਪਰਟੀ ਨੂੰ ਤਾਂ ਚੱਕ ਕੇ ਲਿਜਾ ਨਹੀਂ ਸਕਦੇ। ਜੇ ਕਿਤੇ ਉਹ ਵੀ ਲਿਆਉਣ ਦੀ ਕੋਸ਼ਿਸ਼ ਕੀਤੀ, ਉਹ ਦੂਜੇ ਢੰਗ ਨਾਲ ਫਿਰ ਦੇਖ ਲਾਂਗੇ। ਅੱਛਾ, ਇੱਕ ਚੀਜ਼ ਦੱਸੋ, ਹੁਣ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਗਏ ਨੇ, ਹੁਣ ਜੇਕਰ ਪੂਰਾ ਕਰੀਏ ਤਾਂ ਇਸ ਤੋਂ ਪਹਿਲਾਂ ਕਾਰਪੋਰੇਸ਼ਨ ਅਕਾਲੀ ਦਲ ਦੀ ਸੀਗੀ। ਇੱਕ ਚੀਜ਼ ਦੇਖੀਏ ਕਿ ਬੜੀ ਬੁਰੀ ਸਥਿਤੀ ਹੋ ਗਈ ਸੀ ਕਾਰਪੋਰੇਸ਼ਨ ਦੇ ਵਿੱਚ। ਕੰਮ ਜੇਕਰ ਆਖੀਏ ਪਿਛਲੇ 2-2.5 ਸਾਲਾਂ ਦੇ ਵਿੱਚ ਕਾਰਪੋਰੇਸ਼ਨ ਬਿਲਕੁਲ ਸਟੈਂਡ ਸਟਿਲ ਸੀ। ਹੁਣ ਕਿਸ ਜਿਹੜਾ ਹੈਗਾ ਤੁਸੀਂ ਕੀ ਲੈ ਕੇ ਜਾਓਗੇ ਲੋਕਾਂ ਦੇ ਵਿੱਚ ਵੀ ਅਸੀਂ ਪਿਛਲੇ 5 ਸਾਲਾਂ 'ਚ ਆਹ ਕਰਾਇਆ? ਇਲੈਕਸ਼ਨ ਦੇ ਵਿੱਚ ਕੀ ਤੁਸੀਂ ਲੋਕਾਂ ਜਾਓਗੇ? ਦਾਨੇਵਾਲ ਸਾਹਿਬ, ਜਿਹੜੀ ਜਿੱਧਰ ਫਾਰਮ ਮਾਰੋ ਉਧਰ ਖੁੱਡਾਂ ਹੀ ਖੁੱਡਾਂ ਨਿਕਲਦੀਆਂ, ਖੁੱਡਾਂ ਹੀ ਖੁੱਡਾਂ ਨਿਕਲਦੀਆਂ। ਇੱਕ ਫਾਈਨਾਂਸ ਮਿਨਿਸਟਰ ਬਣਿਆ ਸੀ ਬਠਿੰਡੇ ਦਾ, ਜੀ, ਬਠਿੰਡੇ ਲਈ ਬਣਿਆ ਸੀ। ਉੱਥੋਂ ਦੇ ਚੁਣੇ ਦੇ ਕੌਂਸਲਰ ਉਹ ਵੀ ਚੁਣੇ ਹੋਏ ਸੀ ਜਿਵੇਂ ਇਹ ਚੁਣਿਆ ਸੀ, ਜੀ, ਜਿਵੇਂ ਇਹਨੂੰ ਚੁਣਿਆ ਸੀ। ਲੋਕਾਂ ਨੇ ਉਹਨਾਂ ਕੌਂਸਲਰ ਨੂੰ ਵੀ ਚੁਣਿਆ ਸੀਗਾ, ਜੀ। ਉਹਨਾਂ ਦੇ ਅਧਿਕਾਰ ਖਤਮ ਕੀਤੇ, ਚੁਣੇ ਹੋਏ ਮੇਅਰ ਦੇ ਅਧਿਕਾਰ ਖਤਮ ਕੀਤੇ। ਇੱਥੇ ਆਪ ਦਾ ਭਰਤੀ ਕਰਾਇਆ ਵਾ ਇੱਕ ਖੰਨਾ ਜਿਹੜਾ ਮਸ਼ਹੂਰ ਹੈ, ਜੀ, ਵੀ ਇਹਦੀ ਆਸਤੀ ਹੈ, ਜਿੱਥੇ ਜਾਂਦਾ ਉੱਥੇ ਹੀ ਜਾਂਦਾ। ਜਿਵੇਂ ਇੱਥੇ ਥਾਣੇਦਾਰ ਲੱਗੇ ਆ ਬਠਿੰਡਾ ਸ਼ਹਿਰ ਦੇ ਵਿੱਚ, ਵੀ ਉਹ ਲੰਬੀ ਕੱਢ ਰਹੀ ਹੈ, ਕੰਮ ਆਉਂਦਾ ਨਾ ਹੋਵੇ ਆਉਂਦਾ ਹੋਵੇ, ਉਹਨਾਂ ਦੀ ਤਾਂ ਸਿਰਫ ਇਹਨਾਂ ਦੀ ਸੇਵਾ ਕੀਤੀ ਹੋਈ ਹੈ। ਉਹ ਬਠਿੰਡੇ ਦੇ ਵਿੱਚ ਲੱਗੇ ਹੋਏ ਆ, ਜਿਹਦੇ ਮਰਜ਼ੀ ਪਰਚਾ ਕਰਦੇ ਨੇ, ਜਿਹਦੇ ਮਰਜ਼ੀ ਕਰਦੇ ਨੇ। ਇਵੇਂ ਉਹ ਜਿਹੜਾ ਖੰਨਾ ਸਾਹਿਬ ਹੈ, ਉਹ ਵੀ ਇਹਨਾਂ ਦੇ ਘਰ ਪਰਿਵਾਰ ਦੇ ਆ। ਉਹਦੇ ਕੋਲੇ ਟੈਂਡਰ ਜਿਹੜੇ ਲਾਏ ਗਏ ਉੱਥੇ ਕਾਰਪੋਰੇਸ਼ਨ ਦਾ ਹੱਕ ਖੋਹ ਕੇ, ਜੀ, ਇਹਨੂੰ ਸਾਰਾ ਇਨਫਰਾਸਟਰਕਚਰ ਛੱਡ ਕੇ, ਇੰਜੀਨੀਅਰ ਛੱਡ ਕੇ, ਇੱਥੇ ਐਕਸ਼ਨ ਛੱਡ ਕੇ ਬੈਠੇ ਹੋਏ ਨਾਨ ਟੈਕਨੀਕਲ ਲੋਕਾਂ ਨੂੰ ਜਾ ਕੇ ਕੰਮ ਦੇ ਕੇ ਉੱਥੇ ਉਸ ਪੈਸੇ ਦੀ ਬਰਬਾਦੀ ਕੀਤੀ ਗਈ। ਉਹ ਇਹੋ ਜਿਹੀ ਬਰਬਾਦੀ ਕੀਤੀ ਗਈ ਕਿ ਸੜਕਾਂ 2 ਦਿਨ ਨਹੀਂ ਕੱਟਦੀਆਂ, ਤੀਜੇ ਦਿਨ ਸੜਕਾਂ ਟੁੱਟ ਜਾਂਦੀਆਂ। ਇਹ ਸਾਰਾ ਇਹਨਾਂ ਦੀ ਕਾਰਗੁਜ਼ਾਰੀ ਹੈ 3.5 ਸਾਲ। ਆ ਹੁਣ ਜਿਹੜੇ ਜਾ ਕੇ ਇਹ ਲੋਕਾਂ ਦੇ ਚਲ ਗਏ, ਪਰ ਪਬਲਿਕ ਸਭ ਜਾਣਦੀ ਹੈ, ਪਬਲਿਕ ਬਹੁਤ ਸਿਆਣੀ ਹੈ, ਸਭ ਜਾਣਦੀ ਹੈ। ਜੋ ਸ਼੍ਰੋਮਣੀ ਅਕਾਲੀ ਦਲ ਨੇ ਮੇਰੇ MLA ਹੁੰਦਿਆਂ ਗਲੀ ਗਲੀ ਜਾ ਕੇ ਗਲੀਆਂ ਦਾ ਕੰਮ ਕਰਾਇਆ ਸੀ, ਕੁਆਲਿਟੀ ਚੈੱਕ ਕਰਕੇ ਕੰਮ ਕਰਾਇਆ ਸੀ, ਸਾਰੇ ਘਰ ਘਰ ਜਾ ਕੇ ਰਾਸ਼ਨ ਕਾਰਡ ਬਣਵਾਏ ਸੀ, ਰਾਸ਼ਨ ਦੀ ਸਾਜੀ ਜੋ ਵੀ ਗੌਰਮੈਂਟ ਦੀ ਫੈਸਿਲਿਟੀ ਸੀ ਉਹ ਘਰ ਘਰ ਦਿੱਤੀ ਸੀ। ਉਹ ਸਾਰਾ ਕੁਝ ਜਦੋਂ ਉਹ ਆਪਸ ਵਿੱਚ ਵਾਚ ਕਰੂਗੀ ਇੱਕ ਦੂਜੇ ਦੇ ਨਾਲ, ਤਾਂ ਫੈਸਲਾ ਉਹ ਹੋਏਗਾ। ਮੈਂ ਗਰੰਟੀ ਕਰਦਾ ਕਿ ਇਹਨਾਂ ਦੇ 90% ਕੈਂਡੀਡੇਟਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਅੱਛਾ ਸਿੰਗਲਾ ਸਾਹਿਬ, ਗੱਲ ਹੁਣ ਮੈਂ ਥੋੜ੍ਹੀ ਜਿਹੀ ਇੱਥੋਂ ਦੀ ਆਮ ਰਾਜਨੀਤੀ ਤੋਂ ਛੱਡ ਕੇ ਮੈਂ ਤੁਹਾਡੀ ਆਪਣੀ ਰਾਜਨੀਤੀ ਦੇ ਉੱਤੇ ਗੱਲ ਕਰਨਾ ਚਾਹੁੰਦਾ। ਤੁਹਾਡਾ ਇੱਕ ਉਭਾਰ ਆਇਆ ਸੀਗਾ, ਜਦੋਂ ਉਭਾਰ ਆਇਆ ਸੀਗਾ ਤਾਂ ਤੁਹਾਡੀ ਹੀ ਪਾਰਟੀ ਨੇ ਤੁਹਾਨੂੰ ਹੀ ਕਮਜ਼ੋਰ ਕਰਨ ਦੇ ਲਈ ਕੁਝ ਇਹੋ ਜਿਹੇ ਵਿਅਕਤੀ ਇੱਥੇ ਲਿਆਂਦੇ ਬਾਹਰੋਂ ਕਿ ਉਹਨਾਂ ਨੇ ਤੁਹਾਨੂੰ ਖੋਰਾ ਲਾਉਣਾ ਸ਼ੁਰੂ ਕੀਤਾ। ਕਹਿਣ ਸਾਹਿਬ ਇੱਕ ਕਾਸਟ ਬੇਸਡ ਕਾਰਡ ਖੇਡਣ ਦੀ ਵੀ ਕੋਸ਼ਿਸ਼ ਕੀਤੀ ਗਈ, ਉਹ ਸੱਚਾਈ ਕਿੱਥੋਂ ਤੱਕ ਆ? ਦੇਖੋ, ਪਾਰਟੀਆਂ ਦਾ ਕੰਮ ਹੁੰਦਾ ਕਿ ਆਪਦੇ ਕਾਡਰ ਨੂੰ ਮਜ਼ਬੂਤ ਕਰਨਾ, ਜੀ। ਮੈਂ ਕਿਸੇ ਬਾਹਰੋਂ ਲਿਆਂਦੇ ਬੰਦੇ ਦੀ ਮੈਂ ਨਹੀਂ ਗੱਲ ਕਰਦਾ ਕਿ ਉਹ ਕਿਉਂ ਲਿਆਂਦਾ ਗਿਆ, ਉਹ ਵੀ ਆਉਣਾ ਜੀ ਆਇਆ ਵੈਲਕਮ ਸੀਗਾ, ਪਰ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਜਿਹਦੀ ਮੈਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ, ਜੀ। ਮੇਰੇ ਬਹੁਤ ਅੱਛੇ ਰਿਲੇਸ਼ਨ ਚਾਹੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ, ਕਿਉਂਕਿ ਮੈਂ ਜਦੋਂ ਵੀ ਕੋਈ ਗੱਲ ਕਰਦਾ ਤਾਂ ਬੜੇ ਪੋਜ਼ੀਟਿਵਲੀ ਮੇਰੇ ਵਿਚਾਰ ਉਹ ਸੁਣਦੇ ਆ। ਅਤੇ ਜਦੋਂ ਸਾਡੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ, ਉਹਨਾਂ ਨਾਲ ਕੋਈ ਵੀ ਅਸੀਂ ਜਿਹੜਾ ਕਰਦੇ ਆ ਅਤੇ ਬੜੇ ਧਿਆਨ ਨਾਲ ਸੁਣਦੇ ਆ। ਮੇਰਾ ਖਿਆਲ ਹੈ ਕਿ ਇਹ ਜਿਹੜੀਆਂ ਅਫਵਾਹਾਂ ਹੈ ਕਿ ਮੈਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਨਹੀਂ। ਇੱਕ ਬੜੀ ਉਹ ਵੀ ਗੱਲ ਚੱਲੀ ਸੀ ਨਾ ਵੀ ਸੁਖਬੀਰ ਸਿੰਘ ਬਾਦਲ ਤੁਹਾਡੇ 'ਤੇ ਨਾਰਾਜ਼ ਹੋ ਗਏ ਸੀ, ਇੱਕ ਕੋਈ ਗੱਲ ਬੜੀ ਚਰਚਾ ਸੀਗੀ, ਉਹ ਕੀ ਕਹਾਣੀ ਸੀਗੀ? ਦੇਖੋ, ਸੁਖਬੀਰ ਸਿੰਘ ਬਾਦਲ ਸਾਡੇ ਪ੍ਰਧਾਨ ਹੈ, ਜੀ, ਅਤੇ ਮੈਂ ਆਪਦੇ ਘਰ ਦਾ ਪ੍ਰਧਾਨ ਹਾਂ,
ਲੀਡਰ ਸਾਡੇ ਉਹ ਨੇ, ਸਾਡੇ ਬੜੇ ਰਿਸਪੈਕਟੇਬਲ ਨੇ। ਤੇ ਜਿਹੜੀ ਗੱਲ ਤੁਸੀਂ ਗਾਂ ਮੂੰਹ 'ਚੋਂ ਕਿਸੇ ਪਾਣੀ ਦਾ ਗਲੂਸ ਮਾਰਿਆ, ਤੇ ਜੇ ਮੂੰਹ ਤੇ ਮੇਰੇ ਪਾਣੀ ਦਾ ਗਲਾਸ ਮਾਰਿਆ ਹੁੰਦਾ ਤੇ ਮੈਂ ਵੀ ਮੂੰਹ ਤੇ ਪਾਣੀ ਦਾ ਗਲਾਸ ਮਾਰਦਾ। ਇਹ ਮੈਂ ਇੰਨਾ ਨਹੀਂ ਹੈ ਮੇਰੇ ਤੇ ਮੂੰਹ ਤੇ ਜੋ ਮਰਜ਼ੀ ਕਹਿ ਜਾਂਦਾ। ਇਹ ਇੱਕ ਮੇਰੀ ਆਪ ਦੀ ਪਰਸਨਲ ਲੈਤਾ ਜੀ। ਇਹ ਇੱਕ ਇਕੱਲੇ ਬਦਨਾਮ ਕਰਨ ਦੀ ਗੱਲ ਕੀਤੀ ਗਈ ਹੈ। ਇਹ ਗੱਲ ਕੋਸ਼ਿਸ਼ ਕੀਤੀ ਗਈ ਹੈ ਵੀ ਸਰੂਪ ਸਿੰਘ ਨੂੰ ਡਿਮੋਰਲਾਈਜ਼ ਕੀਤਾ ਜਾਵੇ, ਕਦੇ ਵੀ ਨਹੀਂ ਹੋਇਆ। ਜੇ ਮੇਰੇ ਤੇ ਕੋਈ ਇਸ ਤਰ੍ਹਾਂ ਦਾ ਕਰੂਗਾ ਵਾਅਦਾ, ਚਾਹੇ ਕੋਈ ਵੀ ਹੋਇਆ, ਜੇ ਮੇਰੇ ਤੇ ਇਸ ਤਰ੍ਹਾਂ ਦਾ ਕੋਈ ਵਾਅਦਾ ਕਰਦਾ ਤਾਂ ਕੋਈ ਵੀ ਹੋਇਆ, ਫਿਰ ਮੇਰੇ ਵਾਸਤੇ ਕੁਝ ਨਹੀਂ ਹੈ। ਮੇਰੇ ਵਾਸਤੇ ਸਾਡੇ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ, ਉਹ ਪ੍ਰਧਾਨ ਰਹਿਣਗੇ। ਮੈਨੂੰ ਇਹਨਾਂ ਨੇ MLA ਬਣਾਇਆ, ਮੈਨੂੰ ਟਿਕਟ ਦਿੱਤੀ, ਉਹਨਾਂ ਦੀ ਮੈਂ ਤੇ ਮੇਰਾ ਪਰਿਵਾਰ ਹਰ ਟਾਈਮ ਮਤਲਬ ਨਹੀਂ, ਉਹ ਵੀ ਇਹੀ ਗੱਲ ਸੀਗੀ ਨਾ, ਕਹਿੰਦੇ ਵੀ ਜਿੱਥੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਇਲੈਕਸ਼ਨ ਵੇਲੇ ਜਿਹੜੇ ਵੀ ਜਾਂਦੇ ਸੀ ਤਾਂ ਉੱਥੇ ਉਹਨਾਂ ਨੂੰ ਉਲਾਂਭੇ ਮਿਲਦੇ ਸੀ ਕਿ ਜੀ ਸਰੂਪ ਚੰਦ ਸਿੰਗਲਾ ਦੇ ਬੰਦੇ ਖੁੱਲ੍ਹੇ ਛੱਡੇ ਹੋਏ ਆ, ਲੋਕਾਂ ਨੂੰ ਠਿੱਠ ਕਰਦੇ। ਤੇ ਗੱਲ ਉਹਨਾਂ ਦੇ ਵਿਰੋਧ ਘੱਟ ਸੀ, ਤੁਹਾਡੇ ਬੰਦਿਆਂ ਦਾ ਵਿਰੋਧ ਜ਼ਿਆਦਾ ਸੀ। ਇਹ ਚੀਜ਼ਾਂ ਗੱਲ ਮੈਂ ਤੁਹਾਨੂੰ ਇਹ ਲਾਣਾ, ਕੋਈ ਕਮੀਆਂ ਸਾਰਿਆਂ 'ਚ ਹੁੰਦੀਆਂ ਜੀ। ਜਦੋਂ ਕਿਸੇ ਨੂੰ ਕਮਾਂਡ ਹੁੰਦੀ ਆ ਨਾ ਜੀ, ਤੇ ਕਮਾਂਡ ਵਾਲੇ ਬੰਦੇ ਨੂੰ ਹੀ ਸੁਣਨਾ ਚਾਹੀਦਾ ਜੀ ਜੀ। ਕਿਉਂਕਿ ਤੁਸੀਂ ਤੁਹਾਡੇ ਦਫ਼ਤਰ ਦੇ ਵੀ 10 EMPLOYEES ਹੈ, ਹਾਂਜੀ, ਤੁਸੀਂ 10 ਨੂੰ ਖੁਸ਼ ਕਰ ਲਓਗੇ? ਨਹੀਂ ਹੁੰਦੇ। ਤੇ ਇਹਨਾਂ ਦੀਆਂ 10 ਘਰਾਂ ਵਾਲੀਆਂ ਨੂੰ ਕਰ ਲਓਗੇ? ਬਿਲਕੁਲ। ਮੈਂ ਇੱਥੋਂ ਤਾਂ ਅੱਜ ਤੱਕ ਤਾਂ ਖੁਸ਼ ਨਹੀਂ ਹੋਈ ਮੇਰੇ ਘਰ ਵਾਲੀ, ਕਿਉਂਕਿ ਉਹਦੀ ਸੋਚ ਅਲੱਗ ਹੈ, ਮੇਰੀ ਸੋਚ ਅਲੱਗ ਹੈ। ਉਹਨੇ ਕੁਛ ਸੋਚਣਾ, ਉਹਨੇ ਕੁਛ ਸੋਚਣਾ, ਕਿਉਂਕਿ ਉਹਦਾ ਆਪਦਾ ਸੋਚ ਹੈ, ਮੇਰੀ ਆਪਦੀ ਸੋਚ ਹੈ। ਅਸੀਂ ਇਹ ਸਾਡੀ ਐਡਜਸਟਮੈਂਟ ਹੈ ਜੀ, ਇੱਕ ਦੂਜੇ ਨਾਲ ਐਡਜਸਟਮੈਂਟ ਚੱਲਦੀ ਹੈਗੀ ਹੈ। ਮਤਲਬ ਉਸ ਟਾਈਮ ਦੇ ਉੱਤੇ ਕੁਝ ਬੰਦੇ ਇਸ ਤਰ੍ਹਾਂ ਦਾ ਕੋਈ ਗੇਮ ਖੇਡੀ ਇਲੈਕਸ਼ਨ ਦੇ ਵਿੱਚ ਜੀ, ਜਿਹੜੀ ਮੈਨੂੰ ਡਿਮੋਰਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਪਾਰਲੀਮੈਂਟ ਦੇ ਵਿੱਚ ਸਾਰਾ ਕੁਝ ਧੋਤਾ ਗਿਆ ਜੀ। ਵੀ ਸਰੂਪ ਸਿੰਗਲਾ ਕੀ ਚੀਜ਼ ਹੈ, ਕੀ ਉਹਦੇ ਕੰਮ ਕੀਤਾ ਹੈ, ਕੀ ਉਹਨੇ ਆਪਦੇ ਵਾਸਤੇ ਕੀ ਕੀਤਾ ਹੈ, ਮੇਰੇ ਪਰਿਵਾਰ ਨੇ ਮੇਰੇ ਵਾਸਤੇ ਕੀ ਕੀਤਾ ਹੈ, ਉਹ ਸਾਰਾ ਕੁਝ ਸਾਰਿਆਂ ਦੇ ਲੋਕਾਂ ਦੇ ਸਾਹਮਣੇ ਆ ਗਿਆ। ਉਹ ਸਾਰਾ ਕੁਝ ਵਾਚ ਚੁੱਕਾ। ਸੋ ਬੜੀ ਖੁੱਲ੍ਹੀ ਗੱਲਬਾਤ ਹੋਈ ਸਰੂਪ ਚੰਦ ਸਿੰਗਲਾ ਜੀ ਨਾਲ। ਸੋ ਜੋ ਇਹਨਾਂ ਨੇ ਕਹਿਣਾ ਸੀ, ਜੋ ਸ਼ਹਿਰ ਦੇ ਵਿੱਚ ਸੀ, ਇਹਨਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ। ਕੁਛ ਇਹਨਾਂ ਨੇ ਇਲਜ਼ਾਮਾਤ ਲਾਏ ਆ, ਕੋਸ਼ਿਸ਼ ਕਰਾਂਗੇ ਦੂਜੇ ਪੱਖ ਤੋਂ ਵੀ ਇਹਨਾਂ ਦੇ ਇਲਜ਼ਾਮਾਤ ਦਾ ਜਵਾਬ ਲੈਣ ਦੀ। ਸੋ ਫਿਲਹਾਲ ਮੈਨੂੰ ਦਿਓ ਇਜਾਜ਼ਤ, ਮਿਲਦੇ ਹਾਂ ਇੱਕ ਹੋਰ ਸ਼ਖਸੀਅਤ ਦੇ ਨਾਲ। ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ, ਤੁਸੀਂ ਥੱਲੇ ਕਮੈਂਟ ਜ਼ਰੂਰ ਕਰਨਾ, ਪੇਜ ਨੂੰ ਲਾਈਕ ਜ਼ਰੂਰ ਕਰਨਾ, ਸ਼ੇਅਰ ਕਰਨਾ ਅਤੇ YouTube ਚੈਨਲ ਸਬਸਕ੍ਰਾਈਬ ਕਰਨਾ। ਧੰਨਵਾਦ।